ਬਠਿੰਡਾ ਦੇ ਨਸ਼ਾ ਛੁਡਾਊ ਕੇਂਦਰ ਤੋਂ ਮਰੀਜ਼ ਭੱਜ ਗਏ ਨੇ। ਸਰਕਾਰੀ ਹਸਪਤਾਲ ਦੇ ਵਿੱਚ ਬਣੇ ਨਸ਼ਾ ਛੁਡਾਊ ਕੇਂਦਰ ਤੋਂ 12 ਨਸ਼ੇ ਦੇ ਆਦੀ ਭੱਜ ਗਏ ਨੇ। ਨਸ਼ਾ ਛੁਡਾਊ ਕੇਂਦਰ ਦਾ ਦਰਵਾਜ਼ਾ ਤੋੜ ਕੇ ਫਰਾਰ ਹੋ ਗਏ। ਪਿਛਲੇ ਹਫ਼ਤੇ ਵੀ ਇਸੇ ਹਸਪਤਾਲ ਤੋਂ 7 ਮਰੀਜ਼ ਭੱਜ ਗਏ ਸੀ। ਹਸਪਤਾਲ ਪ੍ਰਸ਼ਾਸਨ ਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ ਹੈ। ਬਠਿੰਡਾ ਦੇ ਨਸ਼ਾ ਛੁਡਾਊ ਕੇਂਦਰ ਤੋਂ 12 ਮਰੀਜ਼ ਦਰਵਾਜ਼ਾ ਤੋੜ ਕੇ ਭੱਜ ਗਏ ਨੇ। ਸਰਕਾਰੀ ਹਸਪਤਾਲ ਸਿਵਲ ਹਸਪਤਾਲ ਬਠਿੰਡਾ ਦਾ ਇਹ ਮਾਮਲਾ ਹੈ, ਜਿੱਥੇ ਸਰਕਾਰੀ ਨਸ਼ਾ ਛੁਡਾਊ ਕੇਂਦਰ ਬਣਿਆ ਹੋਇਆ ਹੈ। ਪਿਛਲੇ ਹਫ਼ਤੇ ਵੀ ਇਸੇ ਹਸਪਤਾਲ ਤੋਂ 7 ਮਰੀਜ਼ ਭੱਜ ਗਏ ਸੀ। ਹੁਣ ਹਸਪਤਾਲ ਪ੍ਰਸ਼ਾਸਨ ਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ ਹੈ। सूरज पान साडे सहयोगी जुड़े ने होर जानकारी दे लई। सूरज, की कुछ पूरा मामला है? बठिंडा सिविल हस्पताल दे विच नशा छुड़ाऊ केंद्र बनया होया है ते उत्थों मरीज भज गए ने, पूरा मामला की है? देखो जो पूरे मामले की गल की जाए, बठिंडा के सरकारी हॉस्पिटल दे विच इस नशा छुड़ाऊ केंद्र की बिल्डिंग बनी हुई, जिथे काफी वड्डी गिनती विच जिहड़े नशा करने वाले लोग ने नशा छड्डण वास्ते आउंदे ने। हालांकि जे इत्थों की गल की जाए, इत्थे 2 बार जिहड़े नशा करने वाले लोग ने जां मरीज कह सकते हैं 2 बार भज चुके ने। पहला 7 लोग भजदे है, उन्हां दा कोई थौ पता नहीं चलता कि आखिर कित्थे चले गए। हालांकि घरे जरूर बरामद होए ने, घरे पहुंच गए। पर दूसरी जिहड़ी घटना है रात दी है, रात भी 12 लोग ने इत्थों फरार हुंदे ने। टोटल 14 हुंदे ने, 12 ਦੇ ਵਿੱਚ 2 वापस आ ਜਾਂਦੇ ਨੇ ਤੇ 12 ਲੋਕ ਹੁਣ ਫਰਾਰ ਹੋਏ ਨੇ। ਤਾਂ ਕਰਕੇ ਸਵਾਲ ਖੜੇ ਹੋਣੇ ਲਾਜ਼ਮੀ ਨੇ। ਪਰ ਦੂਸਰੇ ਪਾਸੇ ਡਾਕਟਰ ਆਪਣੇ ਆਪ ਨੂੰ ਲਾਚਾਰ ਮਹਿਸੂਸ ਕਰ ਰਹੇ ਨੇ, ਕਿਉਂਕਿ ਜਿੰਨਾ ਵੀ ਹਸਪੀਟਲ ਬਣਿਆ ਹੋਇਆ, ਜਿੰਨੇ ਵੀ ਇਸਦੇ ਖਿੜਕੀਆਂ ਨੇ ਜਾਂ ਮੇਨ ਦਰਵਾਜ਼ੇ ਨੇ, ਸਾਰੇ ਸ਼ੀਸ਼ੇ ਦੇ ਬਣੇ ਹੋਏ ਨੇ, ਕੱਚ ਦੇ ਬਣੇ ਹੋਏ ਨੇ। ਤਾਂ ਕਰਕੇ ਡਾਕਟਰ ਵੀ ਇਹ ਮੰਗ ਕਰਦੇ ਨੇ ਕਿ ਜੇ ਸੁਰੱਖਿਆ ਨੂੰ ਵੇਖਦੇ ਹੋਏ ਘੱਟੋ ਘੱਟ ਤੇ ਕੈਂਚੀ ਗੇਟ ਤਾਂ ਲੱਗਿਆ ਹੋਵੇ, ਇੱਕ ਗਾਰਡ ਮੌਜੂਦ ਹੋਣਾ ਚਾਹੀਦਾ ਗੇਟ ਦੇ ਅੰਦਰ। ਤੇ ਹੋਰ ਵੀ ਕਾਫੀ ਤਰ੍ਹਾਂ ਦੀਆਂ ਜਿਹੜੀਆਂ ਕਮੀਆਂ ਨੇ ਉਹ ਡਾਕਟਰ ਆਪਣੇ ਆਪ ਦੇ ਵਿੱਚ ਮਹਿਸੂਸ ਕਰਦੇ ਨੇ। ਕਿ सूरज, कारण ਕੀ ਹੈ? ਨਸ਼ਾ ਛੱਡਣਾ ਨਹੀਂ ਚਾਹੁੰਦੇ ਇਸ ਕਰਕੇ ਭੱਜ ਜਾਂਦੇ ਨੇ, ਜਾਂ ਫਿਰ ਕੋਈ ਹੋਰ ਕਾਰਨ ਹੈ ਕਿ ਇਸ ਤਰੀਕੇ ਦੇ ਨਾਲ ਇਲਾਜ ਕੀਤਾ ਜਾਂਦਾ ਹੈ? ਅਰਜੀ ਦੇਖੋ, ਕਈ ਤਰ੍ਹਾਂ ਦੇ ਮਾਮਲੇ ਹੁੰਦੇ ਨੇ। ਕਈ ਮਾਮਲੇ ਇਸ ਤਰ੍ਹਾਂ ਦੇ ਹੁੰਦੇ ਨੇ ਕਿ ਘਰ ਦੇ ਉਹਨਾਂ ਨੂੰ ਛੱਡ ਜਾਂਦੇ ਨੇ, ਤੁਸੀਂ ਭਾਈ ਨਸ਼ਾ ਛੁਡਾਊ ਕੇਂਦਰ 'ਚ ਭਰਤੀ ਕਰ ਦੋ, ਨਸ਼ਾ ਛੱਡੋ, ਪਰ ਉਹ ਅੰਦਰੋਂ ਮਨ ਉਹਨਾਂ ਦਾ ਤਿਆਰ ਨਹੀਂ ਹੁੰਦਾ। ਤਾਂ ਕਰਕੇ ਜਿਹੜੇ ਇਸ ਤਰ੍ਹਾਂ ਦੇ ਲੋਕ ਨੇ ਉਦੋਂ ਹਸਪੀਟਲ ਨੂੰ ਜੇਲ੍ਹ ਸਮਝਦੇ ਨੇ ਤੇ ਹਸਪੀਟਲਾਂ ਦੇ ਵਿੱਚੋਂ ਭੱਜਣ ਦੀ ਕੋਸ਼ਿਸ਼ ਕਰਦੇ ਨੇ। ਜਿਸ ਤਰ੍ਹਾਂ ਬਠਿੰਡਾ ਦੇ ਹਸਪੀਟਲ ਦੇ ਵਿੱਚ 2 ਵਾਰ ਕੋਸ਼ਿਸ਼ ਕੀਤੀ ਗਈ ਹੈ। ਕੋਸ਼ਿਸ਼ ਕਰਨ ਸਫਲ ਹੀ ਹੋਏ ਨੇ। 2 ਵਾਰ ਜਿਹੜੇ ਲੋਕ ਭੱਜੇ ਨੇ ਤੇ 12 ਲੋਕ ਹੈ ਜਿਹੜੇ ਉਹ ਦੇਰ ਰਾਤ ਭੱਜੇ ਨੇ। ਤਾਂ ਕਰਕੇ ਸਵਾਲ ਖੜੇ ਹੋਣੇ ਲਾਜ਼ਮੀ ਨੇ ਕਿ ਸੁਰੱਖਿਆ ਜਿਹੜੀ ਉੱਥੇ ਮਰੀਜ਼ਾਂ ਦੀ ਹੋਣੀ ਚਾਹੀਦੀ, ਜਾਂ ਜਿਸ ਤਰ੍ਹਾਂ ਦੇ ਇੰਤਜ਼ਾਮ ਹੋਣੇ ਚਾਹੀਦੇ ਨੇ, ਸਾਫ਼ ਸਫਾਈ ਤੋਂ ਲੈ ਕੇ ਦਰਵਾਜ਼ਿਆਂ ਤੋਂ ਲੈ ਕੇ ਜਾਂ ਜਿਹੜੇ ਮੇਨ ਐਂਟਰੀ ਗੇਟ ਆ ਉਹ ਵੀ ਸ਼ੀਸ਼ੇ ਦਾ ਬਣਿਆ ਹੋਇਆ। ਹੁਣ ਦੀ ਗੱਲ ਕੀਤੀ ਜਾਵੇ ਤਾਂ ਐਂਟਰੀ ਦਾ ਜਿਹੜਾ ਗੇਟ ਹੈ ਉਹ ਸ਼ੀਸ਼ੇ ਵਾਲਾ ਗੇਟ ਤੋੜ ਕੇ ਇਹ ਲੋਕ ਭੱਜੇ ਨੇ। ਉੱਤੇ ਨੁਕਸਾਨ ਵੀ ਕਾਫੀ ਉਹ ਸ਼ੀਸ਼ੇ ਤੋਂ ਲੈ ਕੇ ਹੋਰ ਕੀਤਾ ਤਾਂ ਜਿਹੜੇ ਉਹ ਦੇ। जी शुक्रिया सूरज पूरी जानकारी दे लई। तां सरकारी हस्पताल सिविल हस्पताल बठिंडा दा मामला है, जिथे सरकारी नशा छुड़ाऊ केंद्र बनया होया है। इस तो पहला भी इत्थों मरीज भज गए सी ते हुण फिर हस्पताल दा दरवाजा तोड़ के 12 ਜਿਹੜੇ ਮਰੀਜ਼ ਨੇ ਨਸ਼ਾ ਛੁਡਾਊ ਕੇਂਦਰ ਦੇ ਵਿੱਚ ਭਰਤੀ ਸੀ ਉਹ ਭੱਜ ਗਏ ਨੇ। ਦੋ 2024 ਦੇ ਲਈ ਵਿਰੋਧੀ ਧਿਰਾਂ ਇਕੱਠੀਆਂ ਹੋ ਕੇ ਤੀਸਰੇ ਮੋਰਚੇ ਦੀ ਤਿਆਰੀ ਕਰ ਰਹੀਆਂ ਨੇ। ਫਤਿਆਬਾਦ ਦੇ ਵਿੱਚ ਤੀਸਰੇ ਮੋਰਚੇ ਦੇ ਲੀਡਰਾਂ ਨੇ ਸ਼ਕਤੀ ਪ੍ਰਦਰਸ਼ਨ ਕੀਤਾ। ਹਾਲਾਂਕਿ ਰੈਲੀ ਤਾਂ ਇਨੈਲੋ ਦੀ ਸੀ, ਪਰ ਇਸ ਦੇ ਵਿੱਚ ਵਿਰੋਧੀ ਧਿਰਾਂ ਦੇ ਵੱਡੇ ਲੀਡਰ ਪਹੁੰਚ ਗਏ ਤੇ ਰੈਲੀ ਦਾ ਰੁਖ ਬਦਲ ਗਿਆ। खाने वाले टेबल ते वक-वक सियासी दिग्गज, निशाना सिद्धा 2024 ते कोशिशां तीजे फ्रंट दियां। एक खिचड़ी पक रही सी सियासी बदलाव दे लई ते जगह सी हरियाणा दी सिरसा ते दावत दित्ती गई इनैलो वल्लों ते जरिया बनी चौधरी देवीलाल जयंती मौके फतेहाबाद दे विच रखी गई वड्डी रैली। बिहार के सीएम नीतीश कुमार, अकाली दल के प्रधान सुखबीर बादल ते इनैलो सुप्रीमो ओम प्रकाश चौटाला सब इको फ्रेम दे विच नजर आ रहे ने। इको टेबल ते खाना खाण तो बाद सियासी दिग्गजां ने फतेहाबाद दे विच रखी रैली वाल चाले पाए ते इत्थे भी बिहार के सीएम नीतीश कुमार ने विरोधी धिरां नूं एकजुट होण दा सुनेहा दित्ता। हमारी तो एक ही इच्छा है कि पूरे देश में एकजुट होना होगा, एक साथ मिलना पड़ेगा। ये मेरा जो आग्रह है श्रद्धेय ओम प्रकाश चौटाला जी से चरण स्पर्श करते हुए फिर इनको हम कहेंगे कि जरा यहां आपके साथ कितने लोग आए हुए। अब आगे भी ज्यादा से ज्यादा पार्टियों को जोड़ने में लगिए।
ਜਦੋਂ ਬੋਲਣ ਦੀ ਵਾਰੀ ਇਨੈਲੋ ਸੁਪਰੀਮੋ ਦੀ ਆਈ ਤਾਂ ਓਮ ਪ੍ਰਕਾਸ਼ ਚੌਟਾਲਾ ਨੇ ਜਨਤਾ ਨੂੰ ਸੰਬੋਧਨ ਕਰਦਿਆਂ ਦੇਸ਼ ਦੇ ਵਿੱਚ ਸਿਆਸੀ ਬਦਲਾਅ ਦਾ ਸੁਨੇਹਾ ਦਿੱਤਾ। उठो जागो और तब तक मत रुको जब तक अपने लक्ष्य तक ना पहुंच जाओ। इसलिए हिम्मत और हौसले की जरूरत है। आपकी हिम्मत और हौसले से देश में राजनीतिक बदलाव आएगा और जब राजनीतिक बदलाव आएगा तो फिर आपको सारी सहूलियात मिलेगी। ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਬੋਲਦਿਆਂ ਕਿਹਾ ਕਿ ਅਸਲੀ ਐਨਡੀਏ ਤਾਂ ਮੰਚ ਤੇ ਬੈਠਾ ਹੈ ਤੇ ਸਾਰਿਆਂ ਨੂੰ ਇਕਜੁੱਟ ਹੋਣ ਦੀ ਅਪੀਲ ਕੀਤੀ। शिव सेना सी, श्रोमणी अकाली दल, जेडीयू, इंडियन नेशनल लोक दल असली एनडीए ਉਹ ਸੀ। ਸਹੀ ਮੈਨੇ ਤੇ ਅੱਜ ਸਾਰਾ ਐਨਡੀਏ ਅੱਜ ਇੱਥੇ ਬੈਠਾ, ਸਟੇਜ ਤੇ ਬੈਠਾ। ਤੋ ਇਸ ਕਰਕੇ ਮੈਂ ਆਹੀ ਕਹਿਣਾ ਚਾਹਣਾ ਸਾਰਿਆਂ ਨੂੰ, ਚੌਧਰੀ ਦੇਵੀ ਲਾਲ ਜੀ ਨੂੰ ਸੱਚੀ ਸ਼ਰਧਾਂਜਲੀ ਆਈ ਹੈ ਕਿ ਆਪਾਂ ਇਕੱਠੇ ਹੋ ਕੇ किसान, मजदूर, गरीब इकट्ठे एक झंडे थले हो जाए। और आज तो बड़ी खुशी की बात है कि जब यहां पर बादल साहब भी मौजूद हैं, तब एक बार हम हाथ जोड़ के प्रार्थना करेंगे, अब आप भी सब साथे आ जाइए, अब इधर उधर मत होइए, एक साथ रहिए। और हम तो आप जानते ही ना भाई, आप लोगों की जो इच्छा थी वो हम क्या करते रहे, और आपके पिताजी कितना मानते थे हमको। ਤੀਜੇ ਫਰੰਟ ਦੇ ਸੂਤਰਧਾਰ ਨਿਤਿਸ਼ ਕੁਮਾਰ ਬਣ ਰਹੇ ਨੇ। ਹਾਲਾਂਕਿ ਨਾਲ ਇਹ ਵੀ ਕਹਿ ਰਹੇ ਨੇ ਕਿ ਉਹ ਪੀਐਮ ਉਮੀਦਵਾਰ ਨਹੀਂ ਨੇ, ਪਰ ਵਿਰੋਧੀ ਧਿਰਾਂ ਨੂੰ ਇਕਜੁੱਟ ਕਰਨ ਦੀਆਂ ਕੋਸ਼ਿਸ਼ਾਂ ਜ਼ਰੂਰ ਕੀਤੀਆਂ ਜਾ ਰਹੀਆਂ ਨੇ। ਖੈਰ ਇਹਨਾਂ ਕੋਸ਼ਿਸ਼ਾਂ ਨੂੰ ਬੂਰ ਕਿੰਨਾ ਕੁ ਪੈਂਦਾ ਹੈ ਇਹ ਤਾਂ ਸਮਾਂ ਹੀ ਦੱਸੇਗਾ। ਫਤਿਆਬਾਦ ਤੋਂ ਜਸਪਾਲ ਸਿੰਘ, ਨਿਊਜ਼ 18 ਪੰਜਾਬ। ਉਧਰ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਤੀਸਰੇ ਮੋਰਚੇ ਤੇ ਤੰਜ ਕਸੇ ਨੇ ਤੇ ਤੀਸਰੇ ਮੋਰਚੇ ਨੂੰ ਦੇਸ਼ ਦੀ ਸਿਆਸਤ 'ਚ ਬੇਮਾਇਨੇ ਕਿਹਾ ਹੈ। कोई नई बात नहीं है। जब भी कोई चुनाव आते हैं तो इस प्रकार की, खास करके जो डिसग्रंटल्ड जिसको कहूँगा मैं, पॉलिटिकल पार्टियां जिनको लगता है कि भी सत्ता में हमारी कोई भागीदारी नहीं है, अकेले अकेले हो नहीं सकती, मिलजुल करके हम शायद कुछ कर सकते हैं, लेकिन ये प्रयोग आज पहली बार हो रहा है, ऐसा नहीं है। हम इतिहास उठा के देखें तो पिछले कई वर्षों से हर बार थर्ड फ्रंट की चर्चा करते हैं, हर बार थर्ड फ्रंट की चर्चा करते हैं, वो सेकंड में भी नहीं पहुंच पाते हैं। यही हाल इस बार भी होने वाला है, क्योंकि किसी के सामने समाज को कैसे उसके कल्याण के लिए योजनाएं बनानी है, कैसी एक कल्याणकारी सरकार होती है, या एक राष्ट्रवाद के नाते जो भारतीय जनता पार्टी इतने वर्षों के अपने विचारधारा को लेकर के और एक संघर्ष के रूप में हमने आगे बढ़ाई है, ऐसी योजना कल्पना थर्ड का जो इसको सेकंड कह लें, कांग्रेस के पास भी नहीं है और थर्ड के पास तो बिल्कुल भी नहीं होगा, क्योंकि इस प्रकार की खिचड़ी बनाने का कोई अर्थ नहीं है। ये जो कहीं का ईंट कहीं का रोड़ा, भानुमति का कुनबा जोड़ा, इस प्रकार के प्रयोग कभी सफल हुए नहीं है और मुझे नहीं लगता कि इसमें कुछ मिलेगा। एक छोटे से ब्रेक के लिए रुकते हैं।